3 ਜੁਲਾਈ ਸਾਲ 1988 ਜਦੋਂ ਹੀ ਈਰਾਨ 에ਅਰਲਾਈਨ ਦੀ ਇੱਕ ਫਲਾਈਟ 655 ਈਰਾਨ ਦੇ ਤਹਿਰਾਨ ਸ਼ਹਿਰ ਤੋਂ ਦੁਬਈ ਜਾਣ ਦੇ ਲਈ ਉਡਾਨ ਭਰਦੀ ਹੈ ਤਾਂ ਇਸ ਫਲਾਈਟ ਦੇ ਵਿੱਚ 16 ਕ੍ਰੂ ਮੈਂਬਰ ਤੇ 274 ਯਾਤਰੀ ਬੈਠੇ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਕਿ 10 ਭਾਰਤੀ ਯਾਤਰੀ ਵੀ ਇਸ ਫਲਾਈਟ ਦੇ ਵਿੱਚ ਮੌਜੂਦ ਸੀ। ਪਰ ਜਦੋਂ ਹੀ ਇਹ ਫਲਾਈਟ ਸਟੇਟ ਆਫ ਹਾਰਮੋਜ਼ ਦੇ ਕੋਲ ਦੀ ਲੰਘਦੀ ਹੈ ਤਾਂ ਇਸ ਜਹਾਜ਼ ਦੇ ਉੱਪਰ 2 SM-2MR ਸਰਫੇਸ ਟੂ 에ਅਰ ਮਿਸਾਈਲ ਦੇ ਨਾਲ US ਦੀ ਨੇਵੀ ਅਟੈਕ ਕਰ ਦਿੰਦੀ ਆ, ਜਿਹਦੇ ਨਾਲ ਕਿ ਇਸ ਜਹਾਜ਼ ਦੇ 3 ਟੁਕੜੇ ਹੋ ਜਾਂਦੇ ਆ ਤੇ ਜਿੰਨੇ ਵੀ ਯਾਤਰੀ ਇਸ ਜਹਾਜ਼ ਦੇ ਵਿੱਚ ਬੈਠੇ ਸੀ ਸਾਰਿਆਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ। ਪਰ ਹੁਣ ਸਵਾਲ ਇਹ ਉੱਠਦਾ ਕਿ US ਦੀ ਨੇਵੀ ਨੇ ਇਸ ਜਹਾਜ਼ ਦੇ ਉੱਪਰ ਕਿਉਂ ਅਟੈਕ ਕੀਤਾ, ਕਿਉਂ ਇੱਕ ਪੈਸੰਜਰ ਜਹਾਜ਼ ਨੂੰ ਜਿਹਦੇ ਵਿੱਚ ਕਿ ਤਕਰੀਬਨ 290 ਯਾਤਰੀ ਬੈਠੇ ਸੀ ਉਸ ਨੂੰ ਇਸ ਤਰੀਕੇ ਦੇ ਨਾਲ ਹਵਾ ਦੇ ਵਿੱਚ ਉਡਾ ਦਿੱਤਾ ਜਾਂਦਾ। ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਦੇ ਵਿੱਚ ਆਪਾਂ ਇਸੇ ਹੀ ਈਰਾਨ 에ਅਰਲਾਈਨ ਦੀ ਫਲਾਈਟ 655 ਨੂੰ US ਦੀ ਨੇਵੀ ਦੁਆਰਾ ਹਵਾ ਦੇ ਵਿੱਚ ਸ਼ੂਟ ਡਾਊਨ ਕਰਨ ਦੇ ਬਾਰੇ ਹੀ ਗੱਲ ਕਰਾਂਗੇ। An Iranian airliner by American missiles yesterday, a tragic but understandable accident. We are in an emergency. ਸੋ ਆਪਣੀ ਇਹ ਜਿਹੜੀ ਕਹਾਣੀ ਹੈ ਇਹ ਸ਼ੁਰੂ ਹੁੰਦੀ ਆ ਇਸ ਘਟਨਾ ਤੋਂ ਤਕਰੀਬਨ 4 ਸਾਲ ਪਹਿਲਾਂ, ਜਦੋਂ ਸਾਲ 1984 ਦੇ ਵਿੱਚ ਈਰਾਨ ਤੇ ਇਰਾਕ ਦੋਨੇ ਦੇਸ਼ ਇੱਕ ਜੰਗ ਦੇ ਉੱਪਰ ਚਲੇ ਜਾਂਦੇ ਆ ਤੇ ਜਦੋਂ ਹੀ ਇਹ ਦੋਨੇ ਦੇਸ਼ ਇੱਕ ਦੂਜੇ ਦੇ ਨਾਲ ਜੰਗ ਲੜ ਰਹੇ ਸੀ ਤਾਂ ਉਸ ਸਮੇਂ ਜਿੰਨੀਆਂ ਵੀ ਇੱਕ ਦੂਜੇ ਦੀਆਂ ਆਇਲ ਐਕਸਪੋਰਟ ਕਰਨ ਵਾਲੀਆਂ ਸ਼ਿਪਸ ਸੀ ਉਹਨਾਂ ਨੂੰ ਇਹ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਇਹ ਦੋਨੇ ਦੇਸ਼ਾਂ ਦੇ ਵਿੱਚ ਜੰਗ ਚੱਲ ਹੀ ਰਹੀ ਹੁੰਦੀ ਆ ਕਿ ਹਰ ਵਾਰ ਦੀ ਤਰ੍ਹਾਂ ਇਸ ਜੰਗ ਦੇ ਵਿੱਚ ਵੀ ਫਿਰ ਐਂਟਰੀ ਹੁੰਦੀ ਆ US ਦੀ। ਜਦੋਂ ਹੀ US ਦੀ ਸਰਕਾਰ ਆਪਦੀਆਂ 30 ਵਾਰਸ਼ਿਪਸ ਇਸ ਪਰਸ਼ੀਅਨ ਗਲਫ ਦੇ ਏਰੀਆ ਦੇ ਵਿੱਚ ਲਗਾ ਦਿੰਦੀਆਂ ਤਾਂ ਕਿ ਜਿਹੜਾ ਇਹ ਆਇਲ ਐਕਸਪੋਰਟ ਵਾਲਾ ਕਾਰੋਬਾਰ ਆ ਇਹ ਸਮੂਥਲੀ ਚੱਲ ਸਕੇ ਤੇ US ਦੀ ਨੇਵੀ ਇਹਨਾਂ ਦੇ ਉੱਪਰ ਨਿਗਾਹ ਰੱਖ ਸਕੇ। ਤੇ ਜਿਹੜੀਆਂ ਇਹ 30 ਵਾਰਸ਼ਿਪ US ਦੀ ਨੇਵੀ ਨੇ ਇਸ ਏਰੀਆ ਦੇ ਵਿੱਚ ਖੜੀਆਂ ਕੀਤੀਆਂ ਸੀ ਉਹਨਾਂ ਦੇ ਵਿੱਚੋਂ ਇੱਕ USS ਵਿਨਸੈਂਜ਼ ਨਾਂ ਦੀ ਵਾਰਸ਼ਿਪ ਵੀ ਸੀ, ਜਿਹਨੂੰ ਕਿ ਪਰਸ਼ੀਅਨ ਗਲਫ ਦੇ ਵਿੱਚ ਸਟੇਟ ਆਫ ਹਾਰਮੋਜ਼ ਦੇ ਨਜ਼ਦੀਕ ਖੜਾ ਕੀਤਾ ਗਿਆ ਸੀ ਤੇ ਇਹ ਜਿਹੜੀ ਵਾਰਸ਼ਿਪ ਸੀ ਇਹਦੀ ਕੀਮਤ ਤਕਰੀਬਨ $1 ਬਿਲੀਅਨ ਸੀ, ਜਿਹਦੇ ਵਿੱਚ ਕਿ ਇੱਕ ਮਾਰਕ 26 ਮਿਸਾਈਲ ਲਾਂਚਰ, ਹਾਰਪੂਨ ਐਂਟੀਸ਼ਿਪ ਮਿਸਾਈਲ ਤੇ 2 5 ਇੰਚ ਦੀਆਂ ਗਨਸ ਲੱਗੀਆਂ ਹੋਈਆਂ ਸੀ। ਇਹਦੇ ਤੋਂ ਇਲਾਵਾ ਇਸ ਸ਼ਿਪ ਨੂੰ ਖਾਸ ਬਣਾਉਂਦਾ ਸੀ ਜਿਹੜਾ ਇਸ ਵਾਰਸ਼ਿਪ ਦੇ ਵਿੱਚ ਹਾਈਟੈਕ ਰਡਾਰ ਸਿਸਟਮ ਲੱਗਿਆ ਹੋਇਆ ਸੀ, ਜਿਹੜਾ ਕਿ ਤਕਰੀਬਨ ਆਪਦੇ ਟਾਰਗੇਟ ਨੂੰ 300 ਕਿਲੋਮੀਟਰ ਦੀ ਦੂਰੀ ਤੋਂ ਵੀ ਲੱਭ ਸਕਦਾ ਸੀ ਤੇ ਉਹਦੇ ਉੱਪਰ ਅਟੈਕ ਕਰ ਸਕਦਾ ਸੀ। ਤੇ ਇਸੇ ਹੀ ਵਾਰਸ਼ਿਪ ਦਾ ਜਿਹੜਾ ਕੈਪਟਨ ਸੀ ਉਹਦੇ ਕੋਲ ਆਪਦੇ ਕੈਬਿਨ ਦੇ ਵਿੱਚ 2 ਲਾਰਜ ਸਕਰੀਨ ਲੱਗੀਆਂ ਹੋਈਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਦੇ ਉੱਪਰ ਤਾਂ ਉਹ 에ਅਰ ਟ੍ਰੈਫਿਕ ਦੇ ਉੱਪਰ ਨਿਗਾਹ ਰੱਖ ਸਕਦਾ ਸੀ ਤੇ ਦੂਜੀ ਸਕਰੀਨ ਦੇ ਵਿੱਚ ਉਹ ਸੀ ਟ੍ਰੈਫਿਕ ਦੇ ਉੱਪਰ ਵੀ ਨਿਗਾਹ ਰੱਖ ਸਕਦਾ ਸੀ ਇਸ ਵਾਰਸ਼ਿਪ ਦੇ ਅੰਦਰ ਬੈਠਾ ਹੋਇਆ ਸੀ। ਕਿਉਂਕਿ ਈਰਾਨ ਤੇ ਇਰਾਕ ਇੱਕ ਦੂਜੇ ਦੇ ਨਾਲ ਜੰਗ ਲੜ ਰਹੇ ਸੀ, ਜਿਹਦੇ ਕਰਕੇ ਇਰਾਨੀ ਬੋਟਸ ਤੇ ਇਰਾਨੀ ਫਾਈਟਰ ਜਿੰਨੇ ਵੀ ਇਰਾਕ ਦੇ ਵਿੱਚੋਂ ਇਹ ਤੇਲ ਦੇ ਕੰਟੇਨਰ ਆ ਰਹੇ ਹੁੰਦੇ ਸੀ ਉਹਨਾਂ ਦੇ ਉੱਪਰ ਅਟੈਕ ਕਰਦੇ ਸੀ, ਜਿਹਦੇ ਕਰਕੇ ਜਿੰਨੀਆਂ ਵੀ US ਦੀਆਂ ਇਹ ਵਾਰਸ਼ਿਪ ਸੀ ਜਦੋਂ ਹੀ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਗਨ ਬੋਟਸ ਦੇ ਉੱਪਰ ਅਟੈਕ ਕਰਦੀਆਂ ਤਾਂ ਇਰਾਨੀ ਫਾਈਟਰਸ ਤੇ ਇਰਾਨੀ ਗਨ ਬੋਟਸ ਇਹਨਾਂ ਵਾਰਸ਼ਿਪਸ ਦੇ ਉੱਪਰ ਆਪਦੀਆਂ ਛੋਟੀਆਂ ਬੋਟਸ ਦੇ ਨਾਲ ਹੀ ਹਮਲਾ ਕਰ ਦਿੰਦੇ ਸੀ, ਜਿਹਦੇ ਕਰਕੇ US ਦੀ ਨੇਵੀ ਦੀ ਤੇ ਇਰਾਨ ਦੀਆਂ ਇਹਨਾਂ ਗਨ ਬੋਟਸ ਦੀ ਆਪਸ ਦੇ ਵਿੱਚ ਤਕਰੀਬਨ ਹਰ ਰੋਜ਼ ਟੱਕਰ ਹੁੰਦੀ ਰਹਿੰਦੀ ਸੀ। ਤੇ ਇਸ ਘਟਨਾ ਤੋਂ ਤਕਰੀਬਨ 1 ਸਾਲ ਪਹਿਲਾਂ 17 ਮਈ 1987 ਨੂੰ ਇਸੇ ਹੀ ਤਰੀਕੇ ਇਰਾਨੀ 에ਅਰ ਫੋਰਸ ਦੇ ਕੁਝ ਕੁ ਫਾਈਟਰ ਜੈਟ ਇਹਨਾਂ ਵਾਰਸ਼ਿਪ ਦੇ ਉੱਪਰ ਅਟੈਕ ਕਰ ਦਿੰਦੇ ਆ, ਜਿਹਦੇ ਵਿੱਚ ਕਿ US ਦੀ ਇੱਕ ਵਾਰਸ਼ਿਪ ਜਿਹਦਾ ਕਿ ਨਾਂ ਸੀ USS ਸਟਾਰਕ ਸ਼ਿਪ ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਜਾਂਦੀ ਆ ਤੇ ਇਸ ਵਾਰਸ਼ਿਪ ਦੇ ਵਿੱਚ ਜਿੰਨਾ ਵੀ ਕਰੂ ਸੀ ਤਕਰੀਬਨ 37 ਅਮਰੀਕਨ ਸੋਲਜਰ ਦੀ ਮੌਤ ਹੁੰਦੀ ਆ। ਤੇ ਇਸੇ ਹੀ ਗੱਲ ਦੇ ਕਰਕੇ US ਦੀ ਜਿਹੜੀ ਸਰਕਾਰ ਆ ਉਹ ਇਹਨਾਂ ਵਾਰਸ਼ਿਪਸ ਦੇ ਜਿਹੜੇ ਕਮਾਂਡਰ ਸੀ ਉਹਨਾਂ ਨੂੰ ਇਹ ਪਾਵਰ ਦੇ ਦਿੰਦੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਵੀ ਖਤਰਾ ਮਹਿਸੂਸ ਹੁੰਦਾ, ਜੇਕਰ ਉਹਨਾਂ ਦੇ ਉੱਪਰ ਕਿਸੇ ਵੀ ਤਰੀਕੇ ਦਾ ਹਮਲਾ ਹੁੰਦਾ ਤਾਂ ਉਹ ਬਿਨਾਂ ਕਿਸੇ ਵੀ ਆਰਡਰ ਦੀ ਪਰਵਾਹ ਕੀਤੇ ਹੋਏ ਇਹਨਾਂ ਦੇ ਉੱਪਰ ਵਾਪਸ ਤੋਂ ਅਟੈਕ ਕਰ ਸਕਦੇ ਆ, ਫਿਰ ਚਾਹੇ ਉਹ ਫਾਈਟਰ ਜੈਟਸ ਨੂੰ ਸ਼ੂਟ ਡਾਊਨ ਕਰਨਾ ਹੋਵੇ ਤਾਂ ਜਾਂ ਜਿੰਨੀਆਂ ਵੀ ਇਹ ਛੋਟੀਆਂ ਗਨ ਬੋਟਸ ਆ ਉਹਨਾਂ ਦੇ ਉੱਪਰ ਅਟੈਕ ਕਰਨਾ ਹੋਵੇ, ਜਿਹਦੇ ਕਰਕੇ ਜਿੰਨੇ ਵੀ ਇਹਨਾਂ ਵਾਰਸ਼ਿਪਸ ਦੇ ਕਮਾਂਡਰ ਸੀ ਉਹਨਾਂ ਦੇ ਕੋਲ ਕਾਫੀ ਪਾਵਰ ਸੀ ਕਿ ਉਹ ਕਦੋਂ ਵੀ ਕਿਸੇ ਵੀ ਚੀਜ਼ ਦੇ ਉੱਪਰ ਅਟੈਕ ਕਰ ਸਕਦੇ ਸੀ। ਤੇ ਜਿਹੜੀ USS ਵਿਨਸੈਂਜ਼ ਵਾਰਸ਼ਿਪ ਦੀ ਕਮਾਂਡ ਸੀ ਉਹ ਕੈਪਟਨ ਵਿਲੀਅਮ ਰੋਜਰ ਚੈਪਲ ਦੇ ਕੋਲ ਸੀ। ਤੇ ਫਿਰ ਤਰੀਕ ਆਉਂਦੀ ਆ 3 ਜੁਲਾਈ 1988 ਜਦੋਂ ਹੀ ਕੈਪਟਨ ਰੋਜਰ ਦੇ ਕੋਲ ਇੱਕ ਵਾਰਨਿੰਗ ਆਉਂਦੀ ਆ ਕਿ ਸਟੇਟ ਆਫ ਹਾਰਮੋਜ਼ ਦੇ ਕੋਲ ਕੁਝ ਕੁ ਇਰਾਨੀ ਸਪੀਡ ਬੋਟਸ ਫਾਇਰਿੰਗ ਕਰ ਰਹੀ ਆ, ਜਿਹਦੇ ਕਰਕੇ ਕੈਪਟਨ ਰੋਜਰ ਇੱਕ ਹੈਲੀਕਾਪਟਰ ਨੂੰ ਚੈੱਕ ਕਰਨ ਦੇ ਲਈ ਭੇਜਦੇ ਆ। ਤੇ ਜਦੋਂ ਹੀ ਇਹ ਹੈਲੀਕਾਪਟਰ ਉਹਨਾਂ ਸਪੀਡ ਬੋਟਸ ਦੇ ਨਜ਼ਦੀਕ ਜਾਂਦਾ ਤਾਂ ਇਹ ਇਰਾਨੀ ਫਾਈਟਰ ਉਸ ਹੈਲੀਕਾਪਟਰ ਦੇ ਉੱਪਰ ਵੀ ਅਟੈਕ ਕਰ ਦਿੰਦੇ ਆ। ਤਾਂ ਕਰਕੇ ਤੁਸੀਂ ਕਹਿ ਸਕਦੇ ਆ ਕਿ ਉਸ ਏਰੀਆ ਦੇ ਉੱਪਰ 3 ਜੁਲਾਈ 1988 ਨੂੰ ਕਾਫੀ ਟੈਨਸ਼ਨ ਚੱਲ ਰਹੀ ਸੀ, ਪਰ ਇਸ ਟੈਨਸ਼ਨ ਤੋਂ ਬੇਫਿਕਰ ਤਕਰੀਬਨ ਇਸ ਵਾਰਸ਼ਿਪ ਤੋਂ 87 ਕਿਲੋਮੀਟਰ ਦੂਰ ਈਰਾਨ ਦੇ ਬੈਂਡਰ ਅਬਾਸ 에ਅਰਪੋਰਟ ਦੇ ਉੱਪਰ ਇੱਕ ਈਰਾਨ 에ਅਰਲਾਈਨ ਦੀ ਫਲਾਈਟ 655 ਦੁਬਈ ਜਾਣ ਦੇ ਲਈ ਉਡਾਨ ਭਰਦੀ ਆ ਤੇ ਇਹ ਜਿਹੜੀ ਫਲਾਈਟ
ਫਲਾਈਟ ਸੀ ਇਹ ਈਰਾਨ ਦੇ ਤਹਿਰਾਨ ਤੋਂ ਉੱਡ ਕੇ ਇਸ ਬੈਂਡਰ ਅਬਾਸ 에ਅਰਪੋਰਟ ਦੇ ਉੱਪਰ ਆਈ ਸੀ ਤੇ ਉਦੋਂ ਬਾਅਦ ਇਸ ਫਲਾਈਟ ਨੇ ਬੈਂਡਰ ਅਬਾਸ 에ਅਰਪੋਰਟ ਤੋਂ 28 ਮਿੰਟਾਂ ਦੀ ਉਡਾਨ ਲੈ ਕੇ ਦੁਬਈ ਦੇ ਵਿੱਚ ਜਾਣਾ ਸੀ ਤੇ ਇਸ ਜਹਾਜ਼ ਦੀ ਜਿਹੜੀ ਕਮਾਂਡ ਸੀ ਉਹ 37 ਸਾਲਾ ਮੌਹਸਿਨ ਰਸਾਈਨ ਦੇ ਹੱਥ ਦੇ ਵਿੱਚ ਸੀ ਤੇ ਇਹਨਾਂ ਦਾ ਸਾਥ ਦੇ ਰਹੇ ਸੀ 31 ਸਾਲਾ ਫਸਟ ਆਫੀਸਰ ਕਾਮਰਨ ਤਮੋਰੀ ਤੇ ਇਹ ਜਹਾਜ਼ ਆਪਦੇ ਤੈਅ ਸਮੇਂ ਤੋਂ ਤਕਰੀਬਨ ਅੱਧਾ ਘੰਟਾ ਲੇਟ ਉਡਾਨ ਭਰਦਾ ਕਿਉਂਕਿ ਇੱਕ ਪੈਸੇਂਜਰ ਨੂੰ ਕੁਝ ਕੁ ਇਮੀਗ੍ਰੇਸ਼ਨ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ ਤੇ ਇਹ ਜਿਹੜੀ ਅੱਧੇ ਘੰਟੇ ਦੀ ਇਸ ਜਹਾਜ਼ ਦੀ ਉਡਾਨ ਦੇ ਵਿੱਚ ਦੇਰੀ ਹੋਈ ਸੀ ਕਿਸ ਤਰੀਕੇ ਦੇ ਨਾਲ ਇਹ ਇਸ ਜਹਾਜ਼ ਦੀ ਕਿਸਮਤ ਲਿਖਦੀ ਆ ਅੱਧੇ ਘੰਟੇ ਦੀ ਦੇਰੀ ਇਹਦੇ ਬਾਰੇ ਆਪਾਂ ਹਜੇ ਥੋੜੀ ਦੇਰ ਦੇ ਵਿੱਚ ਗੱਲ ਕਰਾਂਗੇ ਉਹਨਾਂ ਸਮਾਂ ਆਪਾਂ ਵਾਪਸ ਉਸ ਵਾਰਸ਼ਿਪ ਤੇ ਚੱਲਦੇ ਹਾਂ ਜਿੱਥੇ ਕਿ ਇਰਾਨੀ ਬੋਟਸ ਦੇ ਵਿੱਚ ਤੇ ਇਸ ਵਾਰਸ਼ਿਪ ਦੇ ਵਿੱਚ ਥੋੜੀ ਬਹੁਤ ਫਾਇਰਿੰਗ ਹੋ ਰਹੀ ਸੀ ਹਾਲਾਂਕਿ ਇਸ ਵਿਨਸੈਂਸ ਵਾਰਸ਼ਿਪ ਨੇ ਇਹਨਾਂ ਇਰਾਨੀ ਬੋਟਸ ਦੇ ਉੱਪਰ ਹਜੇ ਤੱਕ ਅਟੈਕ ਨਹੀਂ ਕੀਤਾ ਸੀ ਕੈਪਟਨ ਰੋਜਰ ਲਗਾਤਾਰ ਦੂਰਬੀਨ ਦੇ ਨਾਲ ਆਪਦੇ ਕ੍ਰਿਊ ਨੂੰ ਇਹ ਹੁਕਮ ਦਿੰਦੇ ਆ ਕਿ ਇਹਨਾਂ ਦੇ ਉੱਪਰ ਨਿਗਾਹ ਬਣਾਈ ਜਾ ਸਕੇ ਹਾਲਾਂਕਿ ਕੈਪਟਨ ਦੇ ਕੋਲ ਇੰਨੀ ਕੁ ਪਾਵਰ ਸੀ ਕਿ ਉਹ ਜਦੋਂ ਵੀ ਚਾਹੇ ਇਹਨਾਂ ਦੇ ਉੱਪਰ ਅਟੈਕ ਕਰ ਸਕਦਾ ਸੀ ਪਰ ਉਹਨੂੰ ਅਟੈਕ ਕਰਨ ਦੀ ਉਹਨਾਂ ਚਿਰ ਮਨਜ਼ੂਰੀ ਨਹੀਂ ਸੀਗੀ ਕਿ ਜਿੰਨਾ ਚਿਰ ਉਹਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਉਹਦੀ ਵਾਰਸ਼ਿਪ ਨੂੰ ਖਤਰਾ ਜਾਂ ਉਹਦੇ ਕ੍ਰਿਊ ਨੂੰ ਕਿਸੇ ਤਰੀਕੇ ਦੀ ਜਾਨ ਦਾ ਖਤਰਾ ਤਾਂ ਕਰਕੇ ਹੀ ਉਹ ਸਿਰਫ ਅਟੈਕ ਕਰ ਸਕਦਾ ਸੀ ਜਿਹਦੇ ਕਰਕੇ ਉਹ ਲਗਾਤਾਰ ਇਹਨਾਂ ਇਰਾਨੀ ਗਨ ਬੋਟਸ ਨੂੰ ਅਬਜ਼ਰਵ ਕਰ ਰਹੇ ਸੀ ਆਪਦੀਆਂ ਦੂਰਬੀਨਾਂ ਦੀ ਮਦਦ ਦੇ ਨਾਲ ਤੇ ਜਦੋਂ ਹੀ ਇਹ ਜਿਹੜੀਆਂ ਇਰਾਨੀ ਗਨ ਬੋਟਸ ਇਸ ਵਾਰਸ਼ਿਪ ਦੇ ਨਜ਼ਦੀਕ ਆ ਕੇ ਇਹਦੇ ਉੱਪਰ ਵੀ ਹਮਲਾ ਕਰ ਦਿੰਦੀਆਂ ਤਾਂ ਉਦੋਂ ਬਾਅਦ ਕੈਪਟਨ ਰੋਜਰ ਆਪਦੇ ਕ੍ਰਿਊ ਨੂੰ ਇਹ ਹੁਕਮ ਦਿੰਦੇ ਆ ਕਿ ਜਿਹੜੀਆਂ 5 ਇੰਚ ਗਨ ਲੱਗੀਆਂ ਹੋਈਆਂ ਨੇ ਇਸ ਵਾਰਸ਼ਿਪ ਦੇ ਉੱਪਰ ਉਹਨਾਂ ਦੇ ਨਾਲ ਇਹਨਾਂ ਦੇ ਉੱਪਰ ਅਟੈਕ ਕੀਤਾ ਜਾਵੇ ਤੇ ਜਦੋਂ ਹੀ ਦੋਨੇ ਧਿਰਾਂ ਇੱਕ ਦੂਜੇ ਦੇ ਉੱਪਰ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੀਆਂ ਤਾਂ ਉਸ ਸਮੇਂ ਸਿਚੁਏਸ਼ਨ ਕਾਫੀ ਖਰਾਬ ਹੋ ਚੁੱਕੀ ਸੀ ਜਿਹਦੇ ਕਰਕੇ ਕੈਪਟਨ ਰੋਜਰ ਨੂੰ ਹੁਣ ਇਸ ਗੱਲ ਦਾ ਡਰ ਸੀ ਕਿ ਜੇਕਰ ਕੋਈ ਵੀ ਚੀਜ਼ ਹੁਣ ਇਸ ਵਾਰਸ਼ਿਪ ਦੇ ਨੇੜੇ ਆ ਰਹੀ ਸੀ ਤਾਂ ਉਹਨੂੰ ਇਸ ਵਾਰਸ਼ਿਪ ਦੇ ਲਈ ਖਤਰਾ ਮੰਨਿਆ ਜਾ ਰਿਹਾ ਸੀ ਤੇ ਇਸ ਸ਼ਿਪ ਦੇ ਲੈਫਟੀਨੈਂਟ ਕਮਾਂਡਰ ਸਕਾਟ ਲਿਸਟਿੰਗ ਨੂੰ ਲਗਾਤਾਰ 에ਅਰ ਰਡਾਰ ਦੇ ਉੱਪਰ ਨਿਗਾਹ ਰੱਖਣ ਦੇ ਲਈ ਕਿਹਾ ਜਾਂਦਾ ਕਿਉਂਕਿ ਸਾਲ 1987 ਦੇ ਵਾਂਗੂ ਜੇਕਰ ਕੋਈ 에ਅਰ ਅਟੈਕ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਪਹਿਲਾਂ ਹੀ ਹਵਾ ਦੇ ਵਿੱਚ ਉਡਾ ਦਿੱਤਾ ਜਾਵੇ ਤੇ ਲੈਫਟੀਨੈਂਟ ਕਮਾਂਡਰ ਸਕਾਟ ਲਿਸਟਿੰਗ ਆਪਣੇ ਰਡਾਰ ਦੇ ਉੱਪਰ ਇੱਕ 에ਅਰਕ੍ਰਾਫਟ ਨੂੰ ਨੋਟ ਕਰਦੇ ਆ ਜੋ ਕਿ ਅਚਾਨਕ ਆਪਣਾ ਰੂਟ ਚੇਂਜ ਕਰਕੇ ਇਸ ਵਾਰਸ਼ਿਪ ਦੇ ਵੱਲ ਆ ਰਿਹਾ ਸੀ ਤੇ ਇਹ ਜਿਹੜਾ 에ਅਰਕ੍ਰਾਫਟ ਸੀ ਇਹ ਇੱਕ P3 에ਅਰਕ੍ਰਾਫਟ ਸੀ ਜਿਹੜਾ ਕਿ ਈਰਾਨ ਦਾ ਇੱਕ ਸਪਾਈ 에ਅਰਕ੍ਰਾਫਟ ਸੀ ਤੇ ਜਦੋਂ ਹੀ ਮਿਲਟਰੀ ਫ੍ਰੀਕੁਐਂਸੀ ਦੇ ਉੱਪਰ ਉਹ ਇਸ 에ਅਰਕ੍ਰਾਫਟ ਨੂੰ ਵਾਰਨਿੰਗ ਦਿੰਦੇ ਆ ਕਿ ਉਹ ਇਸ ਵਾਰਸ਼ਿਪ ਦੇ ਨਜ਼ਦੀਕ ਆ ਰਿਹਾ ਤੇ ਜੇਕਰ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਖਤਰਾ ਮਹਿਸੂਸ ਹੋਇਆ ਤਾਂ ਉਹ ਇਹਦੇ ਉੱਪਰ ਅਟੈਕ ਕਰ ਸਕਦੇ ਆ ਤਾਂ ਇਹ ਜਿਹੜਾ ਸਪਾਈ 에ਅਰਕ੍ਰਾਫਟ ਸੀ ਇਹ ਆਪਦਾ ਰਸਤਾ ਬਦਲ ਕੇ ਵਾਪਸ ਚਲਾ ਜਾਂਦਾ ਪਰ ਇੰਨੇ ਹੀ ਸਮੇਂ ਦੇ ਵਿੱਚ ਲੈਫਟੀਨੈਂਟ ਕਮਾਂਡਰ ਸਕਾਟ ਲਿਸਟਿੰਗ ਨੂੰ ਆਪਦੇ ਰਡਾਰ ਦੇ ਉੱਪਰ ਇੱਕ ਹੋਰ ਜਹਾਜ਼ ਦਿਖਾਈ ਦਿੰਦਾ ਤੇ ਇਹ ਉਹੀ ਜਹਾਜ਼ ਸੀ ਜਿਹੜਾ ਕਿ ਬੈਂਡਰ ਅਬਾਸ 에ਅਰਪੋਰਟ ਤੋਂ ਦੁਬਈ ਦੇ ਲਈ ਉਡਾਨ ਭਰਦਾ ਹਾਲਾਂਕਿ ਕਮਾਂਡਰ ਸਕਾਟ ਲਿਸਟਿੰਗ ਲਗਾਤਾਰ ਇਸ ਜਹਾਜ਼ ਦੇ ਉੱਪਰ ਨਿਗਾਹ ਰੱਖ ਰਿਹਾ ਸੀ ਪਰ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਸੀ ਕਿ ਕੀ ਇਹ ਕੋਈ ਸਪਾਈ 에ਅਰਕ੍ਰਾਫਟ ਆ ਜਾਂ ਫਿਰ ਕੋਈ ਇਹ ਪੈਸੇਂਜਰ 에ਅਰਪਲੇਨ ਆ ਜਿਹਦੇ ਕਰਕੇ ਲੈਫਟੀਨੈਂਟ ਕਮਾਂਡਰ ਸਕਾਟ ਲਿਸਟਿੰਗ ਜਲਦੀ ਹੀ ਉਹ ਪੈਸੇਂਜਰ 에ਅਰਪਲੇਨ ਦੀ ਲਿਸਟ ਚੈੱਕ ਕਰਦਾ ਜਿਹੜੀ ਉਹਦੇ ਕੋਲ ਉਸ ਸਮੇਂ ਮੌਜੂਦ ਸੀ ਤਾਂ ਕਿ ਜਿਹਦੇ ਤੋਂ ਉਹਨੂੰ ਇਹ ਪਤਾ ਲੱਗ ਸਕੇ ਕਿ ਕਿਹੜੀ ਫਲਾਈਟ ਕਿੰਨੇ ਵਜੇ ਬੈਂਡਰ ਅਬਾਸ 에ਅਰਪੋਰਟ ਤੋਂ ਉੱਡੀ ਆ ਤੇ ਇੱਥੇ ਹੀ ਉਹ ਜਿਹੜੀ ਅੱਧਾ ਘੰਟੇ ਦੀ ਦੇਰੀ ਹੋਈ ਸੀਗੀ ਇਸ ਜਹਾਜ਼ ਦੀ ਉਡਾਨ ਦੇ ਵਿੱਚ ਉਹ ਅੱਗੇ ਆਉਂਦੀ ਆ ਕਿਉਂਕਿ ਇਸ ਬੰਦੇ ਨੂੰ ਨਹੀਂ ਪਤਾ ਸੀ ਕਿ ਇਹ ਜਹਾਜ਼ ਨੇ ਅੱਧਾ ਘੰਟਾ ਦੇਰੀ ਦੇ ਨਾਲ ਉਡਾਨ ਭਰੀ ਆ ਉਹਦੇ ਅਕੋਰਡਿੰਗ ਤਾਂ ਜਿਹੜੀ ਉਹਦੇ ਕੋਲ ਲਿਸਟ ਸੀ ਉਹਦੇ ਅਕੋਰਡਿੰਗ ਤਾਂ ਇਸ ਜਹਾਜ਼ ਨੂੰ ਇਸ ਸਮੇਂ ਦੁਬਈ 에ਅਰਪੋਰਟ ਦੇ ਉੱਪਰ ਹੋਣਾ ਚਾਹੀਦਾ ਸੀ ਜਿਹਦੇ ਕਰਕੇ ਉਹਨੂੰ ਲੱਗਦਾ ਕਿ ਇਸ ਸਮੇਂ ਤਾਂ ਕੋਈ ਵੀ ਜਹਾਜ਼ ਨੇ ਇਸ ਏਰੀਆ ਦੇ ਵਿੱਚ ਉਡਾਨ ਨਹੀਂ ਭਰੀ ਤਾਂ ਇਹ ਕੋਈ ਨਾ ਕੋਈ ਸਪਾਈ 에ਅਰਕ੍ਰਾਫਟ ਆ ਇਹ ਈਰਾਨ ਦੀ ਮਿਲਟਰੀ ਦਾ ਲਗਾਤਾਰ ਕਮਾਂਡਰ ਸਕਾਟ ਲਿਸਟਿੰਗ ਇਸ ਜਹਾਜ਼ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਦਾ ਇੱਕ ਵਾਰ ਵੀ ਇਸ ਜਹਾਜ਼ ਦੇ ਨਾਲ ਕੰਟੈਕਟ ਨਹੀਂ ਹੋਇਆ ਤਕਰੀਬਨ 10 ਵਾਰ ਉਹਨੇ ਇਸ ਜਹਾਜ਼ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ 7 ਵਾਰ ਤਾਂ ਉਹਨੇ ਮਿਲਟਰੀ ਫ੍ਰੀਕੁਐਂਸੀ ਦੇ ਉੱਪਰ ਇਸ ਜਹਾਜ਼ ਨੂੰ ਵਾਰਨ ਕੀਤਾ ਤੇ 3 ਵਾਰ ਉਹਨੇ ਕਮਰਸ਼ੀਅਲ ਫ੍ਰੀਕੁਐਂਸੀ ਦੇ ਉੱਪਰ ਇਸ ਜਹਾਜ਼ ਨੂੰ ਵਾਰਨਿੰਗ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਜਹਾਜ਼ ਦੇ ਨਾਲ ਉਹਨਾਂ ਦਾ ਬਿਲਕੁਲ ਵੀ ਕੰਟੈਕਟ ਨਹੀਂ ਹੋ ਰਿਹਾ ਸੀ ਤੇ ਇਸ ਗੱਲ ਤੋਂ ਬੇਫਿਕਰ ਇਹ ਜਹਾਜ਼ ਕਿ ਕੋਈ ਖਤਰੇ ਦੇ ਨਜ਼ਦੀਕ ਇਹ ਆਪਦੇ ਯਾਤਰੀਆਂ ਨੂੰ ਲੈ ਕੇ ਜਾ ਰਹੇ ਆ ਦੋਨੇ ਪਾਇਲਟ ਇਸ ਜਹਾਜ਼ ਨੂੰ ਲਗਾਤਾਰ ਉਡਾ ਕੇ ਦੁਬਈ ਦੇ ਵੱਲ ਲੈ ਕੇ ਜਾ ਰਹੇ ਸੀ ਤੇ ਹਰ 1 ਮਿੰਟ ਦੇ ਬੀਤਣ ਦੇ ਨਾਲ ਇਹ ਜਿਹੜਾ ਜਹਾਜ਼ ਸੀ 8 ਕਿਲੋਮੀਟਰ ਇਸ ਵਾਰਸ਼ਿਪ ਦੇ ਨਜ਼ਦੀਕ ਆ ਰਿਹਾ ਸੀ ਜਿਹਦੇ ਕਰਕੇ ਕੈਪਟਨ ਰੋਜਰ ਤੇ ਕਮਾਂਡਰ ਸਕਾਟ ਲਿਸਟਿੰਗ ਨੂੰ ਜਲਦੀ ਹੀ ਕੋਈ ਨਾ ਕੋਈ ਡਿਸੀਜਨ ਲੈਣਾ ਸੀ ਹਾਲਾਂਕਿ ਇਸ ਵਾਰਸ਼ਿਪ ਦੇ ਵਿੱਚ ਇੱਕ ਹਾਈ ਟੈਕ ਰਡਾਰ ਸਿਸਟਮ ਲੱਗਿਆ ਹੋਇਆ ਸੀ ਪਰ ਇਸ ਜਹਾਜ਼ ਦੇ ਨਾਲ ਇੱਕ ਪ੍ਰੋਬਲਮ ਸੀ ਕਿ ਇਹ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਕੰਟੈਕਟ ਨਹੀਂ ਕਰ ਸਕਦਾ ਸੀ ਇਹ ਉਹਨਾਂ ਤੋਂ ਇਸ ਗੱਲ ਦੀ ਜਾਣਕਾਰੀ ਨਹੀਂ ਲੈ ਸਕਦਾ ਸੀ ਕਿ ਕੀ ਕੋਈ ਇਸ 에ਅਰਪੋਰਟ ਤੋਂ ਪੈਸੇਂਜਰ 에ਅਰਪਲੇਨ ਤਾਂ ਨਹੀਂ ਉੱਡਿਆ ਤਾਂ ਕਰਕੇ ਉਹ ਲਗਾਤਾਰ ਸਿਰਫ ਇਸ ਗੱਲ ਦਾ ਅੰਦਾਜ਼ਾ ਲਾ ਰਹੇ ਸੀ
ਕਿ ਉਹਨਾਂ ਦੀ ਵਾਰਸ਼ਿਪ ਦੇ ਉੱਪਰ ਨਿਗਾਹ ਰੱਖਣ ਦੇ ਲਈ ਕੋਈ ਨਾ ਕੋਈ ਸਪਾਈ 에ਅਰਕ੍ਰਾਫਟ ਆ ਰਿਹਾ ਤੇ ਹੋ ਸਕਦਾ ਕਿ ਉਹ ਇਸ ਵਾਰਸ਼ਿਪ ਦੇ ਉੱਪਰ ਅਟੈਕ ਕਰਦੇ। ਤੇ ਜਦੋਂ ਹੀ ਥੋੜਾ ਕੁ ਸਮਾਂ ਹੋਰ ਲੰਘਦਾ ਤੇ ਉਹਨਾਂ ਦਾ ਇਸ ਜਹਾਜ਼ ਦੇ ਨਾਲ ਕੰਟੈਕਟ ਨਹੀਂ ਹੁੰਦਾ ਤਾਂ ਇਹਨਾਂ ਨੂੰ ਲੱਗਦਾ ਕਿ ਇਹ ਤਾਂ F-14 ਟੌਮਕੈਟ 에ਅਰਕ੍ਰਾਫਟ ਆ ਜੋ ਕਿ ਸ਼ਿਪ ਦੇ ਉੱਪਰ ਅਟੈਕ ਕਰਨ ਦੇ ਲਈ ਆ ਰਿਹਾ। ਹਜੇ ਇਹ ਜਹਾਜ਼ ਤਕਰੀਬਨ 48 ਕਿਲੋਮੀਟਰ ਦੂਰ ਸੀ ਇਸ ਸ਼ਿਪ ਤੋਂ, ਤਾਂ ਕਰਕੇ ਇਹਨਾਂ ਦੇ ਕੋਲ 6 ਮਿੰਟਾਂ ਦਾ ਹੋਰ ਸਮਾਂ ਸੀ, ਪਰ ਇਹਨਾਂ ਨੂੰ ਜਲਦੀ ਕੋਈ ਨਾ ਕੋਈ ਡਿਸੀਜਨ ਲੈਣਾ ਪੈਣਾ ਸੀ ਇਸ ਜਹਾਜ਼ ਨੂੰ ਰੋਕਣ ਦੇ ਲਈ। ਤੇ ਜਦੋਂ ਹੀ ਕੈਪਟਨ ਰੋਜਰ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਲਗਾਤਾਰ ਇਹ ਜਹਾਜ਼ ਤਾਂ ਉਹਨਾਂ ਦੀ ਵਾਰਸ਼ਿਪ ਦੇ ਵੱਲ ਆ ਰਿਹਾ ਤਾਂ ਉਹ ਆਪਦੇ ਹੈੱਡਕੁਆਟਰਸ ਦੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਇਸ ਜਹਾਜ਼ ਦੀ ਸਾਰੀ ਜਾਣਕਾਰੀ ਦਿੰਦੇ ਆ ਕਿ ਕੋਈ ਜਹਾਜ਼ ਉਹਨਾਂ ਦੇ ਉੱਪਰ ਇਸ ਤਰੀਕੇ ਅਟੈਕ ਕਰਨ ਦੇ ਲਈ ਆ ਰਿਹਾ। ਹਾਲਾਂਕਿ ਉਹਨਾਂ ਦੇ ਕੋਲ ਇਸ ਜਹਾਜ਼ ਦੇ ਉੱਪਰ ਸਿੱਧਾ ਅਟੈਕ ਕਰਨ ਦੀ ਪਾਵਰ ਸੀ, ਪਰ ਫਿਰ ਵੀ ਉਹ ਹੈੱਡਕੁਆਟਰਸ ਤੋਂ ਇਸ ਗੱਲ ਦੀ ਪਰਮਿਸ਼ਨ ਮੰਗਦੇ ਆ ਕਿ ਜੇਕਰ ਇਹ ਜਹਾਜ਼ 32 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਸ ਵਾਰਸ਼ਿਪ ਦੇ ਨਜ਼ਦੀਕ ਆਉਂਦਾ ਤਾਂ ਇਸ ਜਹਾਜ਼ ਦੇ ਉੱਪਰ ਉਹਨਾਂ ਨੂੰ ਅਟੈਕ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਇਹ ਤਾਂ ਪ੍ਰੋਬਲਮ ਹਜੇ ਚੱਲ ਹੀ ਰਹੀ ਸੀ ਕਿ ਕੈਪਟਨ ਰੋਜਰ ਦੇ ਸਾਹਮਣੇ ਇੱਕ ਹੋਰ ਵੱਡੀ ਮੁਸੀਬਤ ਆ ਜਾਂਦੀ ਆ। ਜਿਹੜੀਆਂ ਇਰਾਨੀ ਗਨ ਬੋਟਸ ਦੇ ਨਾਲ ਉਹ ਫਾਈਟ ਕਰਨ ਦੇ ਲਈ 5 ਇੰਚ ਗਨਸ ਦੀ ਵਰਤੋਂ ਕਰ ਰਹੇ ਸੀ, ਉਹਨਾਂ ਦੇ ਵਿੱਚੋਂ ਇੱਕ ਗਨ ਕੰਮ ਕਰਨਾ ਬੰਦ ਕਰ ਦਿੰਦੀ ਹੈ ਤੇ ਆਉਣ ਵਾਲੇ ਅਗਲੇ 6 ਮਿੰਟਾਂ ਦੇ ਵਿੱਚ ਇਸ ਵਾਰਸ਼ਿਪ ਦੇ ਨਜ਼ਦੀਕ ਇੱਕ ਅਨਆਇਡੈਂਟੀਫਾਈਡ 에ਅਰਕ੍ਰਾਫਟ ਆ ਰਿਹਾ ਸੀ। ਇਹਦੇ ਤੋਂ ਇਲਾਵਾ ਲਗਾਤਾਰ ਇਰਾਨੀ ਗਨ ਬੋਟਸ ਇਹਨਾਂ ਦੇ ਉੱਪਰ ਫਾਇਰਿੰਗ ਕਰ ਰਹੀਆਂ ਸੀ, ਪਰ ਜਦੋਂ ਹੀ ਇਹਨਾਂ ਨੇ ਹੈੱਡਕੁਆਟਰਸ ਤੋਂ ਪਰਮਿਸ਼ਨ ਮੰਗੀ ਇਸ ਜਹਾਜ਼ ਦੇ ਉੱਪਰ ਅਟੈਕ ਕਰਨ ਦੀ ਤਾਂ ਉਹਨਾਂ ਨੂੰ ਇਹ ਪਰਮਿਸ਼ਨ ਮਿਲ ਜਾਂਦੀ ਹੈ ਕਿ ਉਹ ਇਸ ਜਹਾਜ਼ ਦੇ ਉੱਪਰ ਅਟੈਕ ਕਰ ਸਕਦੇ ਆ। ਪਰ ਕੈਪਟਨ ਰੋਜਰ ਨੂੰ ਜਿਹੜੀ ਇਹ ਪਰਮਿਸ਼ਨ ਮਿਲੀ ਸੀ ਉਹ ਸਿਰਫ ਉਦੋਂ ਮਿਲੀ ਸੀ ਕਿ ਜੇਕਰ ਇਹ ਜਹਾਜ਼ 32 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਇਸ ਵਾਰਸ਼ਿਪ ਦੇ ਨਜ਼ਦੀਕ ਆਉਂਦਾ ਤਾਂ ਦੇਖਦੇ ਹੀ ਦੇਖਦੇ ਇਹ ਜਿਹੜਾ ਜਹਾਜ਼ ਸੀ ਇਹ 32 ਕਿਲੋਮੀਟਰ ਦੇ ਘੇਰੇ ਦੇ ਵਿੱਚ ਆ ਜਾਂਦਾ ਉਸ ਵਾਰਸ਼ਿਪ ਦੇ। ਪਰ ਕੈਪਟਨ ਰੋਜਰ ਆਪਦੇ ਕ੍ਰਿਊ ਨੂੰ ਇਸ ਜਹਾਜ਼ ਦੇ ਉੱਪਰ ਅਟੈਕ ਕਰਨੇ ਨਹੀਂ ਕਹਿੰਦੇ, ਉਹ ਕਹਿੰਦੇ ਆ ਕਿ ਉਹ ਹੋਰ ਦੇਖਣਾ ਚਾਹੁੰਦੇ ਆ ਕਿ ਇਹ ਜਹਾਜ਼ ਹੋ ਸਕਦਾ ਆਪਦਾ ਰੂਟ ਬਦਲ ਕੇ ਵਾਪਸ ਚਲਾ ਜਾਵੇ। ਪਰ ਉਹ ਆਪਦੇ ਕ੍ਰਿਊ ਨੂੰ ਕਹਿੰਦੇ ਆ ਕਿ ਜੇਕਰ ਇਹ ਜਹਾਜ਼ 10 ਮੀਲ ਜਾਂ ਕਹ ਲਓ ਕਿ 16 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਸ ਵਾਰਸ਼ਿਪ ਦੇ ਨਜ਼ਦੀਕ ਆਉਂਦਾ ਤਾਂ ਇਹਦੇ ਉੱਪਰ ਸਿੱਧਾ ਅਟੈਕ ਕੀਤਾ ਜਾਵੇ। ਤੇ ਉਹਨਾਂ ਟਾਈਮ ਕਮਾਂਡਰ ਸਕਾਟ ਲਿਸਟਿੰਗ ਲਗਾਤਾਰ ਇਸ ਜਹਾਜ਼ ਦੇ ਨਾਲ ਇੱਕ ਵਾਰ ਫੇਰ ਤੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਇਸ ਜਹਾਜ਼ ਦੇ ਨਾਲ ਕੰਟੈਕਟ ਹੋ ਜੇ ਤੇ ਇਹਨਾਂ ਨੂੰ ਵਾਰਨ ਕਰਕੇ ਵਾਪਸ ਭੇਜਿਆ ਜਾਵੇ, ਪਰ ਉਹਨਾਂ ਦਾ ਇਸ ਜਹਾਜ਼ ਦੇ ਨਾਲ ਕੋਈ ਵੀ ਕੰਟੈਕਟ ਨਹੀਂ ਬਣਦਾ ਤੇ ਫਿਰ ਇਹ ਜਹਾਜ਼ ਹੁਣ ਇਸ ਵਾਰਸ਼ਿਪ ਤੋਂ 16 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਰਹਿ ਗਿਆ ਸੀ, ਜਿਹਦੇ ਕਰਕੇ ਕੈਪਟਨ ਰੋਜਰ ਇਸ ਜਹਾਜ਼ ਦੇ ਉੱਪਰ ਅਟੈਕ ਕਰਨ ਦਾ ਆਪਦੇ ਕ੍ਰਿਊ ਨੂੰ ਹੁਕਮ ਦਿੰਦੇ ਆ। Gulf Sierra, this is Vincennes, opening fire with guns, assumed hostile track 4556. ਥੋੜੇ ਹੀ ਸਮੇਂ ਦੇ ਵਿੱਚ ਜਿਹੜੀਆਂ ਇਹ 2 SM-2MR ਮਿਸਾਈਲ ਲਾਂਚ ਕੀਤੀਆਂ ਸੀ ਉਹ ਦੋਨੇ ਮਿਸਾਈਲ ਇਸ ਜਹਾਜ਼ ਦੇ ਨਜ਼ਦੀਕ ਪਹੁੰਚ ਕੇ ਇਸ ਜਹਾਜ਼ ਦੇ ਨਾਲ ਟਕਰਾ ਕੇ ਉਹਨੂੰ ਤਬਾਹ ਕਰ ਦਿੰਦੀਆਂ ਤੇ 3 ਟੁਕੜਿਆਂ ਦੇ ਵਿੱਚ ਇਹ ਜਹਾਜ਼ ਟੁੱਟ ਕੇ ਇਹਦੇ ਪਾਰਟਸ ਪਾਣੀ ਦੇ ਵਿੱਚ ਡਿੱਗਣੇ ਸ਼ੁਰੂ ਕਰ ਦਿੰਦੇ ਆ ਤੇ ਇਸ ਜਹਾਜ਼ ਦੇ ਵਿੱਚ ਜਿਹੜੇ 274 ਯਾਤਰੀ ਤੇ 16 ਕ੍ਰਿਊ ਮੈਂਬਰ ਬੈਠੇ ਸੀ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਕੈਪਟਨ ਰੋਜਰ ਦੀ ਗਲਤ ਆਇਡੈਂਟੀਫਿਕੇਸ਼ਨ ਦੇ ਕਾਰਨ ਇਸ ਜਹਾਜ਼ ਦੇ ਵਿੱਚ ਬੈਠੇ 290 ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਇਸ ਹਮਲੇ ਤੋਂ ਬਾਅਦ ਈਰਾਨ ਪੂਰੀ ਦੁਨੀਆ ਨੂੰ ਇਹ ਗੱਲ ਕਹਿੰਦਾ ਕਿ ਯੂਐਸ ਦੀ ਸਰਕਾਰ ਨੇ ਜਾਣਬੁੱਝ ਕੇ ਇਸ ਜਹਾਜ਼ ਦੇ ਉੱਪਰ ਅਟੈਕ ਕੀਤਾ। ਹਾਲਾਂਕਿ ਯੂਐਸ ਦੀ ਸਰਕਾਰ ਆਪਦੇ ਡਿਫੈਂਸ ਦੇ ਵਿੱਚ ਇਹ ਗੱਲ ਕਹਿੰਦੀ ਆ ਕਿ ਉਹਨਾਂ ਨੂੰ ਲੱਗਿਆ ਕਿ ਇਹ F-14 ਟੌਮਕੈਟ ਇੱਕ ਫਾਈਟਰ ਜੈਟ ਆ ਜਿਹੜਾ ਕਿ ਉਹਨਾਂ ਦੀ ਇਸ ਵਾਰਸ਼ਿਪ ਦੇ ਉੱਪਰ ਅਟੈਕ ਕਰਨ ਦੇ ਲਈ ਆਇਆ ਰਿਹਾ, ਜਿਹਦੇ ਕਰਕੇ ਉਹਨਾਂ ਨੇ ਇਸ ਪੈਸੰਜਰ 에ਅਰਪਲੇਨ ਨੂੰ ਗਲਤ ਆਇਡੈਂਟੀਫਾਈ ਕਰਕੇ ਉਹਦੇ ਉੱਪਰ ਅਟੈਕ ਕੀਤਾ ਤੇ ਇਹਦੇ ਵਿੱਚ ਯੂਐਸ ਦੀ ਸਰਕਾਰ ਦੀ ਕੋਈ ਵੀ ਗਲਤੀ ਨਹੀਂ। ਹਾਲਾਂਕਿ ਈਰਾਨ ਦੀ ਸਰਕਾਰ ਇਸ ਕੇਸ ਨੂੰ ਫਿਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਲੈ ਕੇ ਜਾਂਦੀ ਆ, ਜਿੱਥੇ ਕਿ ਸਾਲ 1996 ਦੇ ਵਿੱਚ ਯੂਐਸ ਦੀ ਸਰਕਾਰ ਇਸ ਗੱਲ ਦੇ ਉੱਪਰ ਐਗਰੀ ਕਰਦੀ ਆ ਕਿ ਉਹ $131.8 ਮਿਲੀਅਨ ਪੇ ਕਰੇਗਾ ਇਸ ਕੇਸ ਨੂੰ ਸੈਟਲ ਕਰਨ ਦੇ ਲਈ। ਹਾਲਾਂਕਿ ਯੂਐਸ ਦੀ ਸਰਕਾਰ ਨੇ ਇਹਨਾਂ ਯਾਤਰੀਆਂ ਦੀ ਇਸ ਤਰੀਕੇ ਜਾਨ ਲੈਣ ਦਾ ਪਛਤਾਵਾ ਤਾਂ ਜ਼ਾਹਿਰ ਕੀਤਾ ਪਰ ਕਦੇ ਵੀ ਔਨ ਰਿਕਾਰਡ ਮਾਫੀ ਨਹੀਂ ਮੰਗੀ। ਹਜੇ ਤੱਕ ਵੀ ਯੂਐਸ ਦੀ ਸਰਕਾਰ ਇਹੀ ਗੱਲ ਕਹਿੰਦੀ ਆ ਕਿ ਉਹਨਾਂ ਨੇ ਇਸ ਜਹਾਜ਼ ਨੂੰ ਗਲਤ ਆਇਡੈਂਟੀਫਾਈ ਕੀਤਾ ਸੀ ਜਿਹਦੇ ਕਰਕੇ ਇੰਨੇ ਲੋਕਾਂ ਦੀ ਮੌਤ ਹੋ ਗਈ। ਪਰ ਹੁਣ ਸਵਾਲ ਇਹ ਉੱਠਦਾ ਕਿ ਚਲੋ ਇਹ ਤਾਂ ਯੂਐਸ ਤੇ ਈਰਾਨ ਦੇ ਸੀ, ਜੇਕਰ ਇਹਦੀ ਥਾਂ ਤੇ ਯੂਐਸ ਦਾ ਇਹ ਕੋਈ ਪੈਸੰਜਰ 에ਅਰਪਲੇਨ ਹੁੰਦਾ ਤੇ ਜਾਂ ਕੋਈ ਹੋਰ ਦੇਸ਼ ਨੇ ਇਸ ਤਰੀਕੇ ਦੇ ਨਾਲ ਅਟੈਕ ਕੀਤਾ ਹੁੰਦਾ ਤਾਂ ਕੀ ਫਿਰ ਯੂਐਸ ਦੀ ਸਰਕਾਰ ਵੀ ਇਸੇ ਹੀ ਤਰੀਕੇ ਰਿਐਕਟ ਕਰਦੀ ਕਿ ਚਲੋ ਕੋਈ ਨਾ ਗਲਤ ਆਇਡੈਂਟੀਫਿਕੇਸ਼ਨ ਦੇ ਕਾਰਨ ਇਸ ਤਰੀਕੇ ਦੇ ਨਾਲ ਕਿਸੇ ਜਹਾਜ਼ ਦੇ ਉੱਪਰ ਅਟੈਕ ਹੋ ਗਿਆ। ਤੇ ਇਹ ਤਾਂ ਵੀਡੀਓ ਸੀ ਕਿ ਕਿਸ ਤਰੀਕੇ ਦੇ ਨਾਲ ਯੂਐਸ ਦੀ ਸਰਕਾਰ ਦੀ ਗਲਤੀ ਦੇ ਨਾਲ 290 ਲੋਕਾਂ ਦੀ ਮੌਤ ਹੋ ਗਈ। ਤੇ ਆਹ ਵੀਡੀਓ ਤੇ ਕਲਿੱਕ ਕਰਕੇ ਦੇਖਿਓ ਕਿ ਇੱਕ ਸਵਿਚ ਦੇ ਗਲਤ ਰਹਿਣ ਦੇ ਕਾਰਨ ਕਿਸ ਤਰੀਕੇ ਦੇ ਨਾਲ ਇੱਕ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ 에ਅਰ ਕ੍ਰੈਸ਼ ਹੋ ਗਿਆ। ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।